गुरु नानक अंगद गुरु अमरदास पदवंद रामदास अर्जन गुरु वर श्री हर गोबिंद हरि राय हरे कृष्ण गुरु तेग बहादुर चंद दसवें गोविंद सिंह गुरु नमो चरण अरविंद। श्री गुरु शब्द कमाए जिन जीते पंच विकार तिन संतन को वंदना सिर चरणन पर तार। एक ओंकारा सतगुरु तिह प्रसाद सच होय। वाहिगुरु जी की फतेह विघ्न विनाशन सोय। वाहिगुरु जी की फतेह विघ्न विनाशन सोय। वाहिगुरु साहिब जियो दोहरा पुन लाहौर के मनज बहा। होए सेवक आए नाम दान इशनान दिड़। सिखह कीर्तन गाय पुन लाहौर के मनज बहा। वाहिगुरु जी का खालसा वाहिगुरु जी की फतेह। परम सत्कारयोग गुरु खालसा साध संगत जी, गुरु महाराज की अपारी बख्शिश रहमत दा सदका अमृत वेले तो बहुत ही सुंदर जीवन सज रहा है। ग्रंथी साहिबान दे कर कमला राही गुरबानी स्वरूप सतगुरु साहिब जी और जी अरब सरकार शहर प्रकाश सेवा हुई है। ग्रंथी साहिबान की रसना राही गुरु नानक साहब महाराज जी के पवित्र मुखार बिंद राही उच्चारण की हुई जब बाणी का जाप पाठ होया है। सदगुरु गुरु नानक साहब जी का ही सोहना इतिहास लड़ीवार रूप में चल रहा है। आप पढ़ सुन के लाहे लै रहे हाँ। जिस तरह आप जी दखन की तरफ महाराष्ट्र की तरफ विचरते फिर लाहौर शहर विखे और रवि नदी के किनारे आ बैठे सन। सुन सुन के बेअंती लाहौर वासी लोग तारे के दर्शन करने लिए आए। भावें कोई हिंदू है भावें कोई मुसलमान है तो वही श्रद्धा नाल सतगुरु के सिख सेवक बन रहे हैं। जो भी कोई अपने वालों शंका कर रहा है प्रश्न कर रहा है सतगुरु गुरु नानक साहब जी तरस फड़ो तसली बख्श उत्तर देंगे तसली कराते ने। सुन सुन के लाहौर शहर के हर पासे गुरु नानक साहब जी की महिमा कर रहे हैं। अगले समय गुरु नानक साहब वर्गा कोई महान गुरु नहीं हो सकता है।
ਇੱਕੋ ਇੱਕ ਗੁਰੂ ਨਾਨਕ ਸਾਹਿਬ ਹੈ ਜਿਨ੍ਹਾਂ ਨੂੰ ਮੁਸਲਮਾਨ ਵੀ ਸਿਜਦਾ ਕਰ ਰਹੇ ਹੈ, ਹਿੰਦੂ ਵੀ, ਗੁਰੂ ਕੇ ਸਿੱਖ ਵੀ। ਇੱਥੇ ਲਾਹੌਰ ਸ਼ਹਿਰ ਦੇ ਵਿੱਚ ਰਹਿਣ ਵਾਲਾ ਇੱਕ ਕਰੋੜੀ ਮਲ ਖੱਤਰੀ ਸੀ। ਇਹ ਵੀ ਮਲਕ ਭਾਗੋ ਵਰਗਾ ਹੀ ਸੀ, ਬਹੁਤ ਹੰਕਾਰੀ। ਮਹਿਮਾ ਵਡਿਆਈ ਸੁਣ ਕੇ ਬਹੁਤ ਸੜਿਆ ਮਚਿਆ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸੰਬੰਧ ਵਿੱਚ ਬਹੁਤ ਪੁੱਠਾ ਸਿੱਧਾ ਬੋਲਿਆ ਸੀ। ਇਹ ਜਿਵੇਂ ਇਹਨੂੰ ਸਜ਼ਾ ਵੀ ਮਿਲੀ ਤੇ ਮਹਾਰਾਜ ਦੇ ਚਰਨ ਸਨਮੁਖ ਆਇਆ, ਬਖਸ਼ਿਆ ਵੀ ਗਿਆ। ਕੋਈ ਕਰੋੜੀ ਮੱਲ ਖੱਤਰੀ ਦਾ ਪ੍ਰਸੰਗ ਅੱਜ ਆ ਰਿਹਾ ਹੈ। ਉਹ ਜਿਵੇਂ ਵੀ ਉਹਦਾ ਆਪਾਂ ਮਨ ਲਾ ਕੇ ਸੁਣੀਏ ਜੀ। ਪੁਨ ਲਾਹੌਰ ਕੇ ਮਨਜ ਬਹੁ। ਜਦੋਂ ਮਹਾਰਾਜ ਰਾਵੀ ਨਦੀ ਦੇ ਕਿਨਾਰੇ ਉੱਪਰ ਬੈਠੇ ਹਨ, ਇੱਕ ਦੂਸਰੇ ਤੋਂ ਸੁਣ ਕੇ ਫਿਰ ਲਾਹੌਰ ਸ਼ਹਿਰ ਦੇ ਬਹੁਤੇ ਹੀ ਲੋਕ ਹੋਏ ਸੇਵਕ ਆਏ। ਗੁਰੂ ਮਹਾਰਾਜ ਆ ਕੇ ਸਿੱਖ ਸੇਵਕ ਬਣ ਗਏ। ਨਾਮ ਦਾਨ ਇਸ਼ਨਾਨ ਦਿੜ। ਸਾਰਿਆਂ ਨੂੰ ਮਹਾਰਾਜ ਇਹੀ ਪੱਕਾ ਕਰਾਉਂਦੇ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ, ਫਿਰ ਨਾਮ ਜਪਣਾ ਹੈ, ਫਿਰ ਧਰਮ ਦੀ ਕਿਰਤ ਕਰਕੇ ਉਹਦੇ ਵਿੱਚੋਂ ਦਾਨ ਪੁੰਨ ਵੀ ਕਰਨਾ ਹੈ। ਉਹ ਸਭ ਨੂੰ ਮਹਾਰਾਜ ਸਿੱਖਿਆ ਦੇ ਕੇ ਇਸ ਵਿੱਚ ਪੱਕਿਆਂ ਕਰ ਰਹੇ ਹਨ। ਸਿੱਖੈ ਕੀਰਤਨ ਗਾ। ਜਿਹੜੇ ਗੁਰੂ ਕੇ ਸਿੱਖ ਹੈ ਉਹ ਕੀਰਤਨ ਸਿੱਖਦੇ ਹੈ, ਫਿਰ ਇਸੇ ਤਰ੍ਹਾਂ ਕੀਰਤਨ ਗਾਉਂਦੇ ਵੀ ਹੈ। ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸ੍ਰੀ ਆਸਾ ਜੀ ਦੀ ਵਾਰ ਦੀਆਂ ਜਿਹੜੀਆਂ 24 ਪੌੜੀਆਂ ਹਨ, ਇਹ ਉਚਾਰਨ ਕੀਤੀਆਂ ਸੀ ਤੇ ਆਗਿਆ ਕੀਤੀ ਸੀ ਕਿ ਅੰਮ੍ਰਿਤ ਵੇਲੇ ਇਹਨਾਂ ਦਾ ਕੀਰਤਨ ਕਰਿਆ ਕਰੋ। ਇਹ ਸਭ ਤੋਂ ਪਹਿਲੇ ਆਸਾ ਜੀ ਦਾ ਵਾਰ ਦਾ ਕੀਰਤਨ ਜਿਹੜਾ ਹੈ ਪੌੜੀਆਂ ਦਾ, ਸ਼ਲੋਕਾਂ ਤੋਂ ਬਗੈਰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਹਾਰਾਜ ਨੇ ਗੁਰਸਿੱਖਾਂ ਰਾਹੀਂ ਉਹ ਸ਼ੁਰੂ ਕੀਤਾ ਸੀ। ਪਹਿਲੇ ਭਾਈ ਮਰਦਾਨਾ ਜੀ ਮਹਾਰਾਜ ਕਹਿੰਦੇ ਹੁੰਦੇ ਸੀ, ਭਾਈ ਬਾਣੀ ਆਈ ਹੈ ਰਵਾਬ ਵਜਾ। ਮਰਦਾਨਾ ਰਵਾਬ ਵਜਾਉਣਾ ਸ਼ੁਰੂ ਕਰ ਦਿੰਦਾ ਸੀ, ਸਤਿਗੁਰੂ ਸ਼ਬਦ ਉਚਾਰਨ ਕਰਕੇ ਗਾਉਣਾ ਸ਼ੁਰੂ ਕਰ ਦਿੰਦੇ ਸਨ। ਤੇ ਜਿਹੜੇ ਮਹਾਰਾਜ ਦੇ ਸ਼ਬਦ ਗਾਏ ਹੋਏ ਉਚਾਰਨ ਕੀਤੇ, ਕਈ ਵਾਰੀ ਮਹਾਰਾਜ ਕਹਿੰਦੇ ਵੀ ਕੋਈ ਸ਼ਬਦ ਸੁਣਾ। ਫਿਰ ਮਰਦਾਨਾ ਆਪਣੇ ਵੱਲੋਂ ਜਿਹੜੇ ਮਹਾਰਾਜ ਦੇ ਸ਼ਬਦ ਉਚਾਰਨ ਕੀਤੇ ਉਹਨਾਂ ਦਾ ਕੀਰਤਨ ਕਰਕੇ ਸੁਣਾ ਦਿੰਦਾ ਸੀ। ਇਸੇ ਤਰ੍ਹਾਂ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਰਾਮਸਰ ਸਰੋਵਰ ਦੇ ਕਿਨਾਰੇ ਉੱਪਰ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਵਿੱਤਰ ਸਰੂਪ ਭਾਈ ਗੁਰਦਾਸ ਜੀ ਰਾਹੀਂ ਉਹ ਲਿਖਾਉਣ ਲੱਗੇ ਹਨ, ਉਸ ਵੇਲੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਆਸਾ ਦੀ ਵਾਰ ਦੀਆਂ ਜਿਹੜੀਆਂ 24 ਪੌੜੀਆਂ ਇਹਨਾਂ ਨਾਲ ਸ਼ਲੋਕ ਮਹੱਲੇ ਜਿਹੜੇ ਹੈ ਉਹ ਜੋੜ ਦਿੱਤੇ ਸਨ। ਰਿਓ ਇਹ ਸ਼ਲੋਕ ਤੇ ਮਹੱਲਿਆਂ ਦਾ ਪੌੜੀ ਦੇ ਨਾਲ ਕੀਰਤਨ ਹੋ ਗਿਆ। ਚੌਥੇ ਪਾਤਸ਼ਾਹ ਸਮੇਂ ਪਹਿਲਾਂ ਗੁਰਸਿੱਖਾਂ ਨੇ ਕਿਹਾ ਕਿ ਮਹਾਰਾਜ ਕਈ ਵਾਰੀ ਆਪ ਥੋੜ੍ਹਾ ਬਹੁਤਾ ਲੇਟ ਹੋ ਜਾਂਦੇ, ਆਸਾ ਦੀ ਵਾਰ ਦਾ ਕੀਰਤਨ ਸਮਾਪਤ ਹੋ ਜਾਂਦਾ ਪੌੜੀਆਂ ਦਾ। ਜੇ ਕੋਈ ਮਹਾਰਾਜ ਦੇ ਨਾਲ ਰਲਦੀ ਮਿਲਦੀ ਸਿਧਾਂਤ ਨਾਲ ਬਾਣੀ ਉਚਾਰਨ ਦੇ ਮੂੰਹ ਤੇ ਉਹ ਅਸੀਂ ਮਹਾਰਾਜ ਕੀਰਤਨ ਕਰ ਲਿਆ ਕਰਾਂਗੇ। ਗੁਰਸਿੱਖਾਂ ਦੀ ਬੇਨਤੀ ਮੰਨ ਕੇ ਫਿਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਆਸਾ ਰਾਗ ਵਿੱਚ ਉਹ ਸ਼ਾਂਤ ਸਿਰਲੇਖ ਹੇਠ ਇਹ 6 ਸ਼ਬਦ ਉਚਾਰਨ ਕੀਤੇ ਸਨ। ਇਸ ਤਰ੍ਹਾਂ ਉਹ 24 ਛੱਕੇ ਉਹਨਾਂ ਨੂੰ ਕਹਿੰਦੇ, 24 ਪੌੜੀਆਂ ਨੂੰ ਉਹ ਮਹਾਰਾਜ ਨੇ ਆਗਿਆ ਕੀਤੀ ਵੀ ਪੌੜੀ ਤੋਂ ਪਹਿਲਾਂ ਇਸ ਇੱਕ ਪੌੜੀ ਦਾ ਤੁਸੀਂ ਕੀਰਤਨ ਕਰ ਲਿਆ ਕਰੋ। ਉਦੋਂ ਬਾਅਦ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਕੀਰਤਨ ਕਰ ਲਿਆ ਕਰੋ। ਚੌਥੇ ਪਾਤਸ਼ਾਹ ਦੇ ਸਮੇਂ ਛੱਕੇ, ਫਿਰ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ
ਇਹ ਸ਼ਲੋਕ ਤੇ ਮਹੱਲੇ ਨਾਲ ਦੇ ਲਿਖੇ ਗਏ ਤੇ ਇਹਨਾਂ ਦੀ ਕੀਰਤਨ ਕਰਨ ਦੀ ਆਗਿਆ ਹੋਈ। ਫਿਰ 6ਵੇਂ ਪਾਤਸ਼ਾਹ ਦੇ ਸਮੇਂ ਇਹ ਸ਼ੱਕਿਆਂ ਤੋਂ ਬਗੈਰ ਹੋਰ ਸ਼ਬਦ ਜਿਹੜੇ ਸਿਧਾਂਤ ਨਾਲ ਰਲਦੇ ਮਿਲਦੇ ਹੁਣ ਉਹ ਗਾਇਨ ਕੀਤੇ ਜਾਣ, ਉਹ ਆਗਿਆ ਮਹਾਰਾਜ ਨੇ ਕਰ ਦਿੱਤੀ ਸੀ। 10ਵੇਂ ਪਾਤਸ਼ਾਹ ਦੇ ਸਮੇਂ ਕਿ ਮਹਾਰਾਜ ਭਾਈ ਗੁਰਦਾਸ ਦੀਆਂ 12 ਕਵਿਤ ਸਵਈਏ ਜਾਂ ਭਾਈ ਨੰਦ ਲਾਲ ਦੀ ਜਿਹੜੀ ਉਚਾਰਨ ਕੀਤੀ ਹੈ, ਸੋਹਣੀ ਰਚਨਾ, ਮਹਿਮਾ ਵਡਿਆਈ ਵਾਲੀ, ਵੀ ਉਹਦੇ ਵਿੱਚੋਂ ਕੀਰਤਨ ਕਰ ਲਿਆ ਕਰੀਏ। ਮਹਾਰਾਜ ਕਹਿੰਦੇ ਹਾਂ, ਜਿਹਦੇ ਵਿੱਚ ਪਰਮੇਸ਼ਰ ਵਾਹਿਗੁਰੂ ਦੀ ਗੁਰੂ ਦੀ ਸਿਫਤ ਸਲਾਘਾ ਹੈ, ਉਹ ਸੱਚੀ ਬਾਣੀ ਹੈ, ਉਹਦਾ ਕੀਰਤਨ ਕਰ ਲਿਆ ਕਰੋ। ਉਦੋਂ ਤੋਂ ਲੈ ਕੇ ਫਿਰ ਗੁਰੂ ਕੇ ਸਿੱਖ ਕੀਰਤਨੀਏ ਭਾਈ ਗੁਰਦਾਸ ਜੀ ਦੀਆਂ 12 ਕਵਿਤ ਸਵਈਏ, ਰਹਿਤਨਾਮੇ, ਭਾਈ ਨੰਦ ਲਾਲ ਦੀ ਰਚਨਾ, ਐਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਹੈ। ਸ੍ਰੀ ਦਸਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਵਿੱਤਰ ਬਾਣੀ ਹੈ, ਉਹਦਾ ਕੀਰਤਨ ਕਰਨ ਲੱਗ ਪਏ। ਕਈ ਗੁਰਸਿੱਖ ਸਰਵਲੋਹ ਦੇ ਵਿੱਚੋਂ ਜਿਵੇਂ ਖਾਲਸਾ ਮੇਰਾ ਰੂਪ ਹੈ, ਖਾਲਸੇ ਮੈਂ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੇ ਪ੍ਰਾਣ ਕੇ ਪ੍ਰਾਣ, ਇਸ ਤਰ੍ਹਾਂ ਜਦੋਂ ਸਮੇਂ ਆਉਂਦੇ ਨੇ, ਉਸ ਸਮੇਂ ਨੂੰ ਦੇਖ ਕੇ ਉਸ ਸਮੇਂ ਅਨੁਸਾਰ ਹੀ ਕੋਈ ਸ਼ਬਦਾਂ ਗਾਇਨ ਕਰ ਲੈਂਦੇ ਨੇ, ਕੀਰਤਨ ਕਰ ਲੈਂਦੇ ਨੇ। ਸਭ ਤੋਂ ਪਹਿਲਾਂ ਇਹ ਗੁਰੂ ਕੇ ਸਿੱਖਾਂ ਨੇ ਮਹਾਰਾਜ ਦਾ ਇਹ ਕੀਰਤਨ ਕਰਨਾ ਇੱਥੇ ਸ਼ੁਰੂ ਕੀਤਾ। ਇਸ ਹੁਆਰਿਆ ਪ੍ਰਸੰਗ ਮਹਾਰਾਜ ਤੋਂ ਸਿੱਖਦੇ ਹਨ ਤੇ ਫਿਰ ਉਹ ਸਿੱਖ ਸ਼ਬਦ ਕੀਰਤਨ ਗਾਉਂਦੇ ਆ, ਸਾਦੀ ਵਾਰ ਲਾਉਂਦੇ ਹਨ। ਚੌਪਈ ਲਵਪੁਰ ਕਾਜੋ ਨਵਾਬ ਕਰੋੜੀ। ਇੱਕ ਲਾਹੌਰ ਸ਼ਹਿਰ ਦਾ ਨਵਾਬ ਸੀ, ਜਿਸ ਦਾ ਨਾਮ ਸੀ ਕਰੋੜੀ ਮੱਲ। ਮੱਲ ਖੱਤਰੀ ਸ਼ਰਦਾ ਜਿਸ ਥੋੜੀ। ਇਹ ਖੱਤਰੀ ਜਾਤ ਦਾ ਸੀ ਤੇ ਮਾਇਆ ਬਹੁਤੀ ਹੋਣ ਕਰਕੇ ਇਹਨੂੰ ਮਹਾਰਾਜ ਦੇ ਉੱਪਰ ਬਹੁਤ ਘੱਟ ਹੀ ਸ਼ਰਧਾ ਸੀ। ਆਹ ਨਾਸਤਿਕ ਜਿਹੇ ਖਿਆਲਾਂ ਦਾ ਆਪਣੇ ਆਪ ਨੂੰ ਮਹਾਨ ਸਮਝਣ ਵਾਲਾ ਸੀ। ਕਈਆਂ ਮਨੁੱਖਾਂ ਦਾ ਸੁਭਾਅ ਹੁੰਦਾ, ਬਾਕੀ ਨੂੰ ਹੀ ਸਮਝਦੇ ਆ ਵੀ ਇਹ ਐਵੇਂ ਲੱਲੀ ਛੱਲੀ ਹੈ, ਸਮਾਈ ਹੈ। ਉਹਨਾਂ ਵਿੱਚੋਂ ਇੱਕ ਕਰੋੜੀ ਮੱਲ ਵੀ ਖੱਤਰੀ ਸੀ। ਉਹ ਗੁਰੂ ਨਾਨਕ ਮਹਾਰਾਜ ਦੀ ਮਹਿਮਾ ਸੁਣ ਕੇ ਬਹੁਤ ਔਖਾ ਹੁੰਦਾ ਸੀ। ਇਹ ਜਿਹੜਾ ਇਸ ਤਰ੍ਹਾਂ ਇਹ ਕਰੋੜੀ ਮੱਲ ਖੱਤਰੀ ਸੀ, ਜਿਹਨੂੰ ਮਹਾਰਾਜ ਤੇ ਬਿਲਕੁਲ ਪੂਰਾ ਮਾਤਰ ਵੀ ਕੋਈ ਸ਼ਰਧਾ ਹੈ ਨਹੀਂ ਸੀ। ਸੁਨ ਕਰ ਯਸ਼ ਗੁਰੂ ਜਿਸ ਠਾਨੈ। ਜਦੋਂ ਕੋਈ ਮਹਾਰਾਜ ਦਾ ਜਸ ਕਰਦੇ, ਮਹਿਮਾ ਵਡਿਆਈ ਕਰਦੇ, ਵੀ ਉਹਨਾਂ ਵਰਗਾ ਕੋਈ ਨਹੀਂ ਹੋ ਸਕਦਾ ਹੈ। ਤੇ ਸੁਣ ਕੇ ਰਿਸ ਠਾਨੈ। ਬੜਾ ਗੁੱਸਾ ਕਰਦਾ, ਬਹੁਤ ਔਖਾ ਜਾਂਦਾ, ਨੱਕ ਜਾ ਚੜਾਉਂਦਾ। ਕੋ ਨਾਨਕ ਹਉ ਤਿਸ ਨਹਿ ਜਾਣੈ। ਕਹਿੰਦੇ ਉਹ ਕੌਣ ਗੁਰੂ ਨਾਨਕ ਸਾਹਿਬ ਹੋਇਆ, ਅਸੀਂ ਤਾਂ ਉਹਨੂੰ ਕੋਈ ਨਹੀਂ ਜਾਣਦੇ ਸਮਝਦੇ ਹਾਂ। ਕੋ ਐਸਾ ਕਲ ਕਾਲ ਮਝਾਰੀ। ਰਾਏ ਮੈਂ ਤੁਸੀਂ ਉਸ ਦੇ ਪੁਲ ਬਣੀ ਜਾਏ, ਕਲਯੁਗ ਦਾ ਬੜਾ ਭਿਆਨਕ ਸਮਾਂ, ਇਹਦੇ ਵਿੱਚ ਐਸਾ ਕੌਣ ਮਹਾਨ ਹੋ ਗਿਆ ਹੈ। ਹਿੰਦੂ ਤੁਰਕ ਭੇਜ ਜਿਸ ਅਨਸਾਰੀ। ਐਵੇਂ ਕਹਿੰਦੇ ਭੇਡ ਚਾਲ ਵਾਂਗੂ ਮੁਸਲਮਾਨ ਵੀ ਉਹਨਾਂ ਦੇ ਅਨਸਾਰੀ ਹੋ ਗਏ, ਮਰੀਦ ਬਣ ਗਿਆ। ਹਿੰਦੂ ਵੀ ਕਹਿੰਦੇ ਤੰਜੂ ਜੇ ਲਾ ਕੇ, ਰੋਟੀਆਂ ਲਾ ਕੇ, ਗੈਤਰੀ ਪੜ੍ਹਨਾ ਛੱਡ ਕੇ ਸਾਰੇ ਹੀ ਉਹਨਾਂ ਦੇ ਸੇਵਕ ਜਾ ਬਣੇ ਬੈਠੇ। ਚੱਲੇ ਕੁਚਾਲ ਚਾਲ ਜਿਨ ਤਿਆਗੀ। ਇਹਨਾਂ ਮੁਸਲਮਾਨਾਂ ਨੇ ਵੀ ਕਹਿੰਦੇ ਰੀਤੀ ਛੱਡ ਦਿੱਤੀ ਹੈ, ਹਿੰਦੂਆਂ ਨੇ ਵੀ ਸੋਹਣੀ ਰੀਤੀ ਛੱਡਦੀ ਹੈ। ਗੁਰੂ ਨਾਨਕ ਦੇ ਮਗਰ ਲੱਗ ਕੇ ਕਹਿੰਦੇ ਖੋਟੀ ਚਾਲ, ਪੁੱਠੇ ਰਸਤੇ ਪੈ ਗਏ। ਭਾਵਨਾ ਗਲ ਵਿੱਚ ਤਨੇਊ ਪਾਉਂਦੇ ਹੈ, ਨਾ ਗੈਤਰੀ ਪੜ੍ਹਦੇ ਹੈ, ਨਾ ਇਸੇ ਤਰ੍ਹਾਂ ਤੇਲ ਧੋਤੀ ਬੰਨ੍ਹਦੇ ਹੈ, ਮੱਥੇ ਤੇ ਕੋਈ ਤਿਲਕ ਨਹੀਂ ਲਾਉਂਦੇ ਹੈ, ਗਰੜ ਪੁਰਾਣ ਦੀ ਕਥਾ ਨਹੀਂ ਕਰਦੇ। ਐਵੇਂ ਕਹਿੰਦੇ ਖੋਟੇ ਰਸਤੇ ਪਏ, ਉਹਨਾਂ ਦੇ ਮਗਰ ਲੱਗ ਗਏ।
ਇਹ ਬਿਦ ਮੋਹਿ ਭਲੀ ਨਹਿ ਲਾਗੀ। ਇਸ ਤਰ੍ਹਾਂ ਵੀ ਗੁਰੂ ਨਾਨਕ ਸਾਹਿਬ ਨੇ ਜਿਹੜੀ ਇਹ ਰੁਚੀ ਦੀ ਖੋਟੀ ਝੋਲੀ ਹੈ, ਮੈਨੂੰ ਤਾਂ ਕਹਿੰਦੇ ਬਿਲਕੁਲ ਨਹੀਂ ਚੰਗੀ ਲੱਗਦੀ ਹੈ। ਔਰਨ ਕੋ ਕਿਆ ਦੋਸ਼ ਅਲਾਵ। ਕਹਿੰਦੇ ਵੀ ਹੋਰਨਾਂ ਦਾ ਮੈਂ ਕੋਈ ਦੋਸ਼ ਕੀ ਕਰਾਂ, ਹੋਰਨਾਂ ਦੇ ਦੋਸ਼ ਕੀ ਮੈਂ ਮੜਾ ਵੀ ਇਹ ਖੋਟੀ ਕਾਲ ਕਿਹਨੇ ਚਲਾਈ ਹੈ। ਜਿਨ ਚਲਾਏ ਤਿਨ ਗਹਿ ਲੈ ਆਵ। ਜਿਨ੍ਹਾਂ ਨੂੰ ਕਹਿੰਦੇ ਇਹਨਾਂ ਨੇ ਖੋਟੇ ਰਸਤੇ ਚਲਾਇਆ ਨਾ, ਉਹ ਹੈ ਗੁਰੂ ਨਾਨਕ ਸਾਹਿਬ। ਕਹਿੰਦੇ ਮੈਂ ਉਹਨਾਂ ਨੂੰ ਕਹਿੰਦੇ ਇਸ ਤਰ੍ਹਾਂ ਹੱਥ ਕੜੀਆਂ ਲੜ ਕੇ ਉਹਨਾਂ ਨੂੰ ਬੰਨ ਕੇ ਲਿਆਵਾਂਗਾ। ਕਰਕੇ ਕੈਦ ਸੀਖ ਸ਼ੁਭ ਦੇਉ। ਫਿਰ ਕੈਦ ਵਿੱਚ ਕਰਕੇ ਉਸ ਗੁਰੂ ਨਾਨਕ ਨੂੰ ਚੰਗੀ ਸਿੱਖਿਆ ਮੈਂ ਦੇਵਾਂਗਾ। ਤੇ ਮਨ ਮਤੋ ਸਰਬ ਬਰਜੇਉ। ਜਿਹੜਾ ਮਨਮਤਾਂ ਜੀਆਂ ਕਰ ਰਿਹਾ ਨਾ, ਜਿਹੜੇ ਉਜੇ ਲੁਆਈ ਜਾਂਦੇ ਆ, ਮੱਥੇ ਤੇ ਤਿਲਕ ਲਾਉਣਾ ਛਡਾਈ ਜਾਂਦੇ ਆ, ਗਰੜ ਪ੍ਰਾਰਥਨਾ ਛਡਾਈ ਜਾਂਦੇ, ਮੁਸਲਮਾਨਾਂ ਨੂੰ ਕਹਿੰਦੇ ਖੁਦਾ ਖੁਦਾ ਕਰੋ, ਕਹਿੰਦੇ ਉਹ ਸਾਰਾ ਕੁਝ ਮੈਂ ਉਹਨਾਂ ਨੂੰ ਕਹਾਂਗਾ ਰੋਕੋ, ਇਹ ਤੁਸੀਂ ਨਹੀਂ ਇਹ ਲੋਕਾਂ ਨੂੰ ਐਸਾ ਕੁਝ ਕਰਨਾ ਹੈ, ਜਿਵੇਂ ਪਹਿਲੀ ਮਰਜ਼ਾਦਾ ਉਸੇ ਤਰ੍ਹਾਂ ਚੱਲੋ ਤੁਸੀਂ। ਅਸ ਕਹਿ ਆਪਣੀ ਸਭਾ ਮਝਾਰੀ। ਇਸ ਤਰ੍ਹਾਂ ਦੇ ਲਫ਼ਜ਼ ਹੰਕਾਰ ਦੇ ਵਿੱਚ ਇਹਨੇ ਆਪਣੀ ਸਭਾ ਵਿੱਚ ਬੈਠਿਆਂ ਕਹੇ ਹਨ। ਨਿਜ ਸੇਵਕ ਤਬ ਲੀਨ ਹਕਾਰੀ। ਉੱਥੇ ਬੈਠਿਆਂ ਆਪਣਾ ਜਿਹੜਾ ਘਰ ਦਾ ਖਾਸ ਨੌਕਰ ਚਾਕਰ ਸੀ ਉਹਨੂੰ ਸੱਦ ਬੁਲਾ ਲਿਆ। ਕਹੇ ਉਹ ਤੁਰੰਗਨ ਪਰ ਅਬ ਜਾਈ। ਨੌਕਰ ਨੂੰ ਕਿਹਾ ਵੀ ਹੁਣੇ ਤੂੰ ਜਾ ਕੇ ਮੇਰੀ ਘੋੜੀ ਉੱਪਰ ਸਾਇਆ ਕਾਠੀ ਵਗੈਰਾ ਪਾ ਦੇ। ਪਾਏ ਜੀਨ ਆਨਹ ਇਹ ਥਾਈ। ਚੰਗੀ ਤਰ੍ਹਾਂ ਕਾਠੀ ਪਾ ਕੇ ਤੇ ਫਿਰ ਮੇਰੇ ਕੋਲ ਇੱਥੇ ਲੈ ਆਵਈ। ਸੁਨਤ ਦਾਸ ਆਏ ਤਤਕਾਲਾ। ਨੌਕਰ ਚਾਕਰ ਸੁਣ ਕੇ ਬੜੀ ਛੇਤੀ ਆਏ ਹਨ। ਚੜ ਕਰ ਚੱਲਿਓ ਗਰਭ ਵਿਸਾਲਾ। ਘੋੜੀ ਆ ਗਈ, ਉਹਦੇ ਉੱਪਰ ਚੜ ਕੇ ਚੱਲਿਆ ਤੇ ਬੜਾ ਹੰਕਾਰ ਹੈ ਕੋਰੀ ਮਲ ਖੱਤਰੀ ਨੂੰ। ਗਮਨੇ ਬ੍ਰਿੰਦ ਸੰਗ ਨਰ ਤਾਹੀ। ਕਰੋੜੀ ਮਲ ਖੱਤਰੀ ਦੇ ਨਾਲ ਬਹੁਤ ਲੋਕ ਚੱਲੇ ਹਨ। ਆਵਤ ਭਏ ਸਰਬ ਮਗ ਮਾਹੀ। ਸਾਰੇ ਕਹਿੰਦੇ ਰਸਤੇ ਵਿੱਚ ਨਾਲ ਹੀ ਚਲੇ ਆਏ ਹਨ। ਸ੍ਰੀ ਪ੍ਰਭ ਰਹੇ ਕਿਤਕ ਜਬ ਦੂਰੀ। ਜਦੋਂ ਗੁਰੂ ਨਾਨਕ ਸਾਹਿਬ ਜੀ ਕੁਝ ਕੁ ਦੂਰ ਰਹਿ ਗਏ ਹਨ। ਭਇਓ ਕਰੋਰੀ ਅੰਧ ਸਮੂਰੀ। ਜਿਹੜਾ ਲਲਕਾਰੇ ਜੇ ਮਾਰਦਾ ਹੁੰਦਾ ਸੀ, ਮੈਂ ਹੁਣੇ ਜਾ ਕੇ ਫੜ ਲਾਂਗਾ, ਮਾਰਨ ਹੱਥਕੜੀਆਂ ਲਾ ਲਾਂਗਾ, ਕਹਿ ਸੁੱਟਾਂਗਾ, ਰੋਕਾਂਗਾ ਖੋਟੀ ਚਾਲ ਤੋਂ, ਕਹਿੰਦੇ ਅੰਨਾ ਹੋ ਗਿਆ ਇਹ ਕਰੋੜੀ ਮਲ। ਗਰਭ ਹਾਨ ਭਾ ਲੱਜਾ ਵਿਆਪੀ। ਜਦੋਂ ਅੰਨਾ ਹੋ ਗਿਆ, ਸਭ ਹੰਕਾਰ ਜਾ ਲੈ ਗਿਆ, ਨਾਸ ਹੋ ਗਿਆ, ਇਹ ਬਹੁਤ ਸ਼ਰਮ ਜੀ ਇਹਨੂੰ ਆਈ ਹੈ। ਬੋਲ ਨ ਸਕੈ ਨਿੰਦ ਕਰ ਪਾਪੀ। ਜਿਹੜਾ ਬਹੁਤ ਵੱਡਾ ਪਾਪੀ ਮਹਾਰਾਜ ਦੀ ਨਿੰਦਿਆ ਕਰਦਾ ਸੀ, ਹੁਣ ਕਦੇ ਬੋਲ ਨਹੀਂ ਸਕਦਾ, ਉਹਨੂੰ ਗੱਲ ਨਹੀਂ ਆਉਂਦੀ ਕਰੋੜੀ ਮਲ ਨੂੰ। ਤਬ ਸਮਝਿਓ ਮਨ ਮੂਰਖ ਮਾਨੀ। ਜਿਹੜਾ ਮੂਰਖ ਤੇ ਬੜਾ ਮਾਨੀ ਹੰਕਾਰੀ ਸੀ, ਜਦੋਂ ਅੰਨਾ ਹੋ ਗਿਆ ਨਾ, ਮਹਾਰਾਜ ਜਿਸ ਨੂੰ ਬੰਦ ਹੋ ਗਏ, ਫੇਰ ਇਹ ਸਮਝਿਆ ਮੜਾ ਜਾ। ਦੀਰਘ ਕਾਲਾਵਾਨ ਗੁਣ ਖਾਨੀ। ਫਿਰ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਤਾਂ ਬੜੀਆਂ ਤਕੜੀਆਂ ਸ਼ਕਤੀਆਂ ਦੇ ਮਾਲਕ, ਉਹ ਤਾਂ ਗੁਣਾ ਦੀ ਖਾਣੀ ਹੈ। ਬਹੁ ਨਰ ਕੋ ਜਹ ਕਹੇ ਨ ਭਾਵਤ। ਆਪੇ ਕਹਿੰਦਾ ਵੀ ਬਹੁਤੇ ਲੋਕਾਂ ਦਾ ਕਿਹਾ ਹੋਇਆ ਜਿਹਨੂੰ ਚੰਗਾ ਨਹੀਂ ਨਾ ਲੱਗਦਾ ਹੁੰਦਾ। ਮਮ ਸਮਾਨ ਦੁਖ ਹੋਇ ਪਛਤਾਵਤ। ਜਿਵੇਂ ਅੱਜ ਕਹਿੰਦੇ ਮੈਂ ਅੰਨਾ ਹੋਇਆ ਪਿਆ ਤੇ ਮੇਰੇ ਵਾਂਗੂ ਦੁਖੀ ਹੋ ਕੇ ਹੁਣ ਕਹਿੰਦੇ ਉਹ ਪਛਤਾਵਾ ਕਰੂ, ਜੋ ਮੈਂ ਕਰੇ ਉਹ ਵੀ ਪਛਤਾਊ, ਜਾਂ ਗੁਰੂ ਕਾ ਨਿੰਦਕ ਹੋਊਗਾ। ਭਇਓ ਦੀਨ ਬੋਲਿਓ ਪਛਤਾਈ। ਫਿਰ ਬਹੁਤ ਆਈ ਨਿਮਾਣਾ ਜਾ ਹੋਇਆ ਹੈ, ਗਰੀਬ ਜਾ ਹੋਇਆ, ਨਤਾਣਾ ਜਾ ਹੋਇਆ, ਤੇ ਉਹ ਬੋਲਿਆ ਕਰੋੜੀ ਮਲ ਖੱਤਰੀ। ਆਪ ਤਿੰਨ ਕੀ ਮੈਂ ਮਹਿਮਾ ਪਾਈ। ਨਾਲ ਦੇ ਸਾਥੀਆਂ ਨੂੰ ਕਹਿਣ ਲੱਗਿਆ ਵੀ ਮੈਂ ਹੁਣ ਅੰਨਾ ਹੋ ਗਿਆ, ਗੁਰੂ ਨਾਨਕ ਸਾਹਿਬ ਜੀ ਮੈਂ ਇਹ ਵੀ ਮਹਿਮਾ ਜਾਣ ਪਾਈ ਹੈ। ਜਸ ਤੁਮ ਕਹਿਤ ਭਏ ਤਸ ਦੇਖਾ। ਇਸ ਤਰ੍ਹਾਂ ਵੀ ਗੁਰੂ ਨਾਨਕ ਸਾਹਿਬ ਜੀ ਮਹਾਨ ਮਹਾਨ ਤੁਸੀਂ ਕਹਿੰਦੇ ਸੀ, ਹੁਣ ਮੈਂ ਵੀ ਕਹਿੰਦੇ ਪ੍ਰਗਟੀ ਕਾਲ ਵਿੱਚ ਦੇਖ ਲਿਆ ਵੀ ਬਿਲਕੁਲ ਉਹ ਮਹਾਨ ਹੀ ਹੈ। ਭਇਓ ਅੰਧ ਮੈਂ ਕੀਨ ਪਰੇਖਾ। ਮੈਂ ਪਰਖ ਕਰ ਲਈ ਹੈ, ਕਹਿੰਦੇ ਹੁਣ ਇਸ ਵੇਲੇ ਮੈਂ ਦੋ ਅੱਖਾਂ ਤੋਂ ਅੰਨਾ ਹੋਇਆ ਪਿਆ ਹਾਂ, ਠੇਡੇ ਖਾਨਾ। ਮਹਾਪੁਰਖ ਸੋ ਮਤਸਰ ਧਾਰੀ। ਇਹ ਜਿਹੜੇ ਗੁਰੂ
ਨਾਨਕ ਸਾਹਿਬ ਜੀ ਬੜੇ ਤਕੜੇ ਮਹਾਪੁਰਸ਼ ਸੀ। ਮੈਂ ਕਹਿੰਦੇ ਮਾਇਆ ਦੇ ਵਿੱਚ ਲੱਗ ਕੇ ਕਹਿੰਦੇ ਬੜੀ ਈਰਖਾ ਧਾਰੀ ਹੈ। ਤੇ ਕੋ ਫਲ ਪ੍ਰਾਪਤ ਦੁਖ ਭਾਰੀ। ਉਹਦਾ ਫਲ ਮੈਨੂੰ ਕਹਿੰਦੇ ਭਾਰੀ ਦੁੱਖ ਹੋ ਗਿਆ ਹੈ। ਮੈਂ ਅੰਨਾ ਬਣ ਰਿਹਾ, ਠੇਡੇ ਖਾ ਰਿਹਾ। ਚਾਲ ਸਮੀਪ ਅਜ ਅਬ ਮੁਝ ਬਖਸ਼ਾਵਹੁ। ਨਾਲ ਦੇ ਸਾਥੀਆਂ ਨੂੰ ਕਹਿੰਦਾ ਵੀ ਮਹਾਰਾਜ ਦੇ ਲਕੋੜ ਲੈ ਕੇ ਮੈਨੂੰ ਚੱਲਿਓ ਤੇ ਮੈਨੂੰ ਬਖਸ਼ਾਓ। ਇਹੋ ਜਿਹੇ ਹੰਕਾਰੀ ਨਿੰਦਕ ਨੂੰ ਕਰੇ ਕੋ ਬੋਲ ਸੁਸ਼ਿਮਾ ਕਰਾਵਹੁ। ਜਿਹੜੇ ਮੈਂ ਖੋਟੇ ਬਚਨ ਮਹਾਰਾਜ ਦੇ ਸੰਬੰਧ ਵਿੱਚ ਕੀਤੇ ਆ ਵੀ ਮੈਂ ਉਹਨਾਂ ਨੂੰ ਕੈਦ ਕਰ ਦਿਆਂਗਾ, ਉਹਨੂੰ ਐ ਕਰ ਦਿਆਂਗਾ, ਉਹ ਬਖਸ਼ਾਓ ਵੀ ਮੇਰੇ ਤੁਸੀਂ ਨਾਲ ਰਲ ਕੇ। ਮੈਂ ਅਬ ਦਾਸ ਪਰੋਂ ਤਿੰਨ ਪਾਈ। ਮੈਂ ਤਾਂ 20 ਕਰੋੜੀ ਮਲ ਹੁਣ ਉਹਨਾਂ ਦਾ ਦਾਸ ਬਣ ਕੇ ਉਹਨਾਂ ਦੇ ਚਰਨੀ ਪਵਾਂਗਾ। ਹੋਵਹੁ ਸਿੱਖ ਹਿਰਦੈ ਸਰਨਾਈ। ਹਿਰਦੇ ਵਿੱਚ ਸ਼ਰਧਾ ਭਾਰ ਕੇ ਉਹਨਾਂ ਦੀ ਸ਼ਰਨ ਵਿੱਚ ਜਾ ਕੇ ਮੈਂ ਉਹਨਾਂ ਦਾ ਸਿੱਖ ਬਣ ਜਾਵਾਂਗਾ। ਸਿੱਖਿਆ ਲੈ ਸੁਨ ਕੈ ਨਰਨ ਸਰਬ ਸਮਝਾਇਓ। ਸੁਣ ਕੇ ਜਿੰਨੇ ਲੋਕ ਸੀ ਸਾਰਿਆਂ ਨੇ ਇਸ ਤਰ੍ਹਾਂ ਨੂੰ ਸਮਝਾਇਆ ਬੁਝਾਇਆ। ਆਪ ਤੋ ਪਤਾ ਆਪਨੇ ਪਾਇਓ। 20 ਕਰੋੜੀ ਮਲ ਹੁਣ ਤਾਂ ਤੂੰ ਪਤਾ ਪਾ ਹੀ ਲਿਆ, ਪ੍ਰਤਿਆਵਾ ਲੈ ਹੀ ਲਿਆ, ਜਮੈਸ਼ ਕਰ ਲਈ ਹੈ ਗੁਰੂ ਦੀ। ਉਤਰ ਤੁਰੰਗਨ ਤੇ ਇਹ ਥਾਈ। ਚੰਗਾ ਵੇ ਕਰੋੜੀ ਮਲ ਹੁਣ ਤੋਂ ਨਾ ਹੋ ਗਏ ਤੇ ਇੱਥੋਂ ਹੀ ਕਹਿੰਦੇ ਘੋੜੀ ਤੋਂ ਹੇਠਾਂ ਉਤਰ ਪਾ। ਬੰਧਨ ਕਰੋ ਧਰਨ ਸਿਰ ਲਾਈ। ਇੱਥੇ ਧਰਤੀ ਤੇ ਖੜਿਆ ਹੋ ਕੇ ਸਿਰ ਲਾ ਕੇ ਤੇ ਮੱਥਾ ਟੇਕ ਇੱਥੋਂ। ਧਰ ਸ਼ਰਧਾ ਪੁੰਨ ਚੱਲਹੁ ਅਗਾਰੀ। ਸ਼ਰਧਾ ਧਾਰ ਕੇ ਇਸ ਤਰ੍ਹਾਂ ਕਹਿੰਦੇ ਨੰਗੇ ਪੈਰੀ ਉਹਨਾਂ ਦੇ ਅੱਗੇ ਤੂੰ ਚੱਲ ਜਾ। ਪਰ ਹੋ ਜਾਏ ਕਾ ਚਰਨ ਮਝਾਰੀ। ਉਹਨਾਂ ਦੇ ਚਰਨਾਂ ਤੇ ਜਾ ਕੇ ਸਿੱਧਾ ਪੈ ਜਾ। ਇਸ ਤਰ੍ਹਾਂ ਅਸ਼ਟਾਂਗ ਕਰਦੇ। ਬਖਸ਼ਹਿਗੇ ਤੁਝ ਦੀਨ ਦਿਆਲਾ। ਗੁਰੂ ਨਾਨਕ ਸਾਹਿਬ ਤਾਂ ਤੇ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਐ, ਤੈਨੂੰ ਵੀ ਮਾਫ ਕਰ ਦੇਣਗੇ, ਬਖਸ਼ ਦੇਣਗੇ। ਪਾਵਨ ਪਤਤ ਬਿਰਦ ਜਿਨ ਜਾਲਾ। ਜਿਨ੍ਹਾਂ ਦਾ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਬਹੁਤ ਵੱਡਾ ਪਰਣ ਹੈ ਵੀ ਜਿੱਡਾ ਮਰਜੀ ਪਾਪੀ ਹੋਵੇ, ਜਦੋਂ ਕਿ ਮਾਰਾ ਮੈਂ ਸ਼ਰਨ ਆ ਗਿਆ ਬਖਸ਼ ਦਿਆਂ, ਉਹ ਮੈਨੂੰ ਉਹ ਬਖਸ਼ ਦੇ, ਮੈਨੂੰ ਮਾਫ ਕਰ ਦੇਣਗੇ ਵੀ। ਤਿਨ ਕੀ ਭਨੀ ਮਾਨ ਹਨ ਮਾਨਾ। ਉਹਨਾਂ ਦੀ ਕਹੀ ਹੋਈ ਜਿਹੜੀ ਗੱਲ ਮੈਂ ਮੰਨਾਂਗਾ ਆਪਣਾ ਹੰਕਾਰ ਨਾਸ਼ ਕਰਕੇ। ਉਤਰਿਓ ਮਾਰਗ ਚਰਨ ਚਲਾਨਾ। ਨਾਲ ਦੇ ਸਾਥੀਆਂ ਦੇ ਕਹਿਣ ਕਰਕੇ ਘੋੜੀ ਤੋਂ ਹੇਠਾਂ ਉਤਰ ਪਿਆ ਤੇ ਨੰਗੇ ਚਰਨੀ ਪੈਦਲ ਚੱਲ ਪਿਆ ਹੈ। ਨਮੋ ਕਰਤ ਪਗ ਪਗ ਹੋਇ ਦੀਨਾ। ਕਿੱਥੇ ਤਾਂ ਹੰਕਾਰੀ ਸੀ, ਹੋਰ ਹੀ ਕੁਝ ਬੋਲਦਾ। ਕਹਿੰਦੇ ਇੱਕ ਇੱਕ ਕਦਮ ਤੇ ਮੱਥੇ ਟੇਕਦਾ, ਜਦੋਂ ਇੱਕ ਪੈਰ ਧਰਦਾ ਉੱਥੇ ਵੀ ਮੱਥਾ ਟੇਕਦਾ, ਜਦੋਂ ਫਿਰ ਅੱਗੇ ਕਦਮ ਰੱਖਦਾ ਫਿਰ ਮੱਥਾ ਟੇਕਦਾ ਹੈ। ਅਨੇਕ ਭਾਂਤ ਜਸ ਵਰਣਨ ਕੀਨਾ। ਜਿੱਥੇ ਨਿੰਦਿਆ ਕਰਦਾ ਸੀ ਉਸ ਅਨੇਕਾਂ ਢੰਗਾਂ ਨਾਲ ਮਹਾਰਾਜ ਦਾ ਜਸ ਕਰਦਾ, ਸਿਫਤੀ ਦੇ ਪੁਲ ਬੰਦਾ ਵੀ ਗੁਰੂ ਨਾਨਕ ਵਰਗਾ ਕੋਈ ਨਹੀਂ ਹੋ ਸਕਣਾ ਹੈ। ਕਿਤਕ ਦੂਰ ਤੇ ਊਚ ਪੁਕਾਰਾ। ਜਦੋਂ ਕੁਝ ਕੁ ਦੂਰ ਰਹਿ ਗਿਆ ਫਿਰ ਉੱਚੀ ਦੇ ਕੇ ਬੋਲਿਆ, ਇਹ ਕਰੋੜੀ ਮਲ ਖਤਰੀ। ਸਿਮਹੋ ਮੈਂ ਦਾਸ ਤੁਮਾਰਾ। ਗੁਰੂ ਨਾਨਕ ਸਾਹਿਬ ਮੈਂ ਤੁਹਾਡੇ ਕਰਦਾ ਦਾਸ ਹੈ, ਮੈਨੂੰ ਮਾਫ ਕਰ ਦਿਓ ਮਹਾਰਾਜ, ਮੈਨੂੰ ਮਾਫ ਕਰ ਦਿਓ ਗਰੀਬ ਨੂੰ। ਮਸ਼ਕ ਗਰਭ ਖਗ ਪਤ ਸੋ ਧਰਈ। ਜਿਵੇਂ ਮੱਛਰ ਜਾਂ ਛੋਟਾ ਜਾ ਉਹ ਗਰੜ ਦੇ ਨਾਲ ਬੜਾ ਹੰਕਾਰ ਧਰੇ ਵੀ ਮੈਂ ਵੀ ਤੇਰੇ ਵਰਗਾ ਹੀ ਆ ਬਲਵਾਨ। ਰੰਕ ਮੇਰ ਕੀ ਸਮਤਾ ਕਰਈ। ਜਿਵੇਂ ਕੰਗਾਲ ਜਾਂ ਕੋਈ ਹੋਵੇ ਉਹ ਸਮੇਰ ਪਰਬਤ ਦੀ ਕੋਈ ਬਰਾਬਰੀ ਧਰੇ, ਮੈਂ ਕੰਗਾਲ ਵੀ ਤੇਰੇ ਵਰਗਾ ਮਹਾਨ ਅਮੀਰ ਹੀ ਹਾਂ। ਆਪਣੋ ਤੇਜ ਦਿਖਾਏ ਟਟਾਨਾ। ਮੇਰੀ ਗੱਲ ਤਾਂ ਇਹੋ ਜਿਵੇਂ ਕਹਿੰਦੇ ਜਿਹੜਾ ਭੋਲਾ ਕਿ ਟਟਾਣਾ ਜਾ, ਜਿਵੇਂ ਰਾਤ ਨੂੰ ਆਪਣਾ ਤੇਜ ਮਾੜੀ ਜੀ ਉਹ ਰੋਸ਼ਨੀ ਜੀ ਕਰਦਾ ਹੁੰਦਾ ਨਾ, ਕਹਿੰਦੇ ਇਸ ਤਰ੍ਹਾਂ ਮੈਂ ਵੀ ਆਪਣਾ ਟਟਾਣੇ ਮੂੰਹ ਤੇਜ ਪ੍ਰਸਾਦ ਦਾ ਦਿਖਾਉਂਦਾ ਸੀ, ਰੋਸ਼ਨੀ ਦਿਖਾਉਂਦਾ ਸੀ। ਰਬ ਕੀ ਪ੍ਰਭਤਾ ਕਰ ਸਮਤਾ ਕਰਈ। ਹਾਂ, ਜਿਵੇਂ ਕਹਿੰਦੇ ਟਟਾਣਾ ਕੋਈ ਸੂਰਜ ਦੀ ਬਰਾਬਰੀ ਕਰੇ ਵੀ ਮੈਂ ਵੀ ਤੇਰੇ ਵਰਗਾ ਸੂਰਜ, ਮੈਂ ਵੀ ਤੇਰੇ ਵਾਂਗੂ ਪ੍ਰਕਾਸ਼ ਕਰ ਸਕਦਾ ਹਾਂ।
मेरी गल तां यह है टटाने वर्गा ते तुसी सूरज वर्गे हो तो अबरी बाबरी मैं करना चाहना। रब की प्रभता कर है छपाना। हाँ वे सूरज दी जड़ी कहंदे शोभा वडियाई रोशनी उन्हें छपाना चाहे जिवें टटाना बड़ा जा रोशनी करके त्यो मत मंद लालसा मेरी। एवें मारा मेरी भैड़ी मत है मेरी भी लालसा चाहना ऐसी सी मैं महाराज की वडियाई नूं खत्म करके अपनी महान महिमा करावां। मुख ते निंदा कीन कनेरी। देखो मारा मैं एहो मूर्ख ने अपने मुंह नाल तुहाडी बहुत ही निंदिया कीती है, बहुत माड़ा माड़ा आख्या है। अपराधी मैं प्रभु तुम्हारा। हे गुरु नानक साहब महाराज तुहाडे घर दा मैं बहुत बड़ा गुनाहगार हां, बहुत अपराधी हां जी। बख्श ले हो अब दीन दयारा। हे गरीबां ते दयालता करन वाले मैनू मारा बख्श लो, माफ कर दियो जी। एक नार गह कर तेह को हाथा। ਜਦੋਂ ਕਿਹਾ ਸੀ ਇੱਕ ਪੁਰਸ਼ ਨੇ ਇਹਦਾ ਹੱਥ ਜਾ ਫੜ ਕੇ ले डारियो पग पर जगन्नाथा। ਜੋ ਜਗਤ ਦੇ ਮਾਲਕ ਕਹਿੰਦੇ ਲੈ ਕੇ ਉਹਨਾਂ ਦੇ ਚਰਨਾਂ ਤੇ ਇਹਨੂੰ ਪਾ ਦਿੱਤਾ ਹੈ। शरण शरण मैं गिरा उचारी। ਮੁਖੋਂ ਇਹਨੇ ਬਚਨ ਕਿਹਾ हे ਗੁਰੂ ਨਾਨਕ ਸਾਹਿਬ ਮਾਰ ਤੁਹਾਡੀ ਮੈਂ ਸ਼ਰਨ ਹਾਂ, ਤੁਹਾਡੀ ਸ਼ਰਨ ਪੈ ਗਿਆ ਟਹਿ ਪਿਆ। परो रहो सम दंड अगारी। ਜਿਵੇਂ ਸਿੱਧਾ ਡੰਡਾ ਪਿਆ ਹੁੰਦਾ ਨਾ ਧਰਤੀ ਤੇ ਡੰਡੇ ਵਾਸ ਮਹਾਰਾਜ ਦੇ ਚਰਨਾਂ ਤੇ ਟਹਿ ਪਿਆ ਹੋਇਆ ਹੈ। कर बिनती बहुत घिग आयो। ਬੇਨਤੀਆਂ ਕਰਕੇ ਬਹੁਤ ਤਰਲੇ ਮਿੰਨਤਾਂ ਜੀਆਂ ਨੇ ਲੇੜੀਆਂ ਜੀਆਂ ਕੱਢੀਆਂ ਹਨ। बहुर न ऊपर शीस उठायो। ਇੰਨਾ ਹੰਕਾਰ ਤੋਂ ਰਹਿਤ ਨਿਮਾਣਾ ਬਣਿਆ, ਇੱਕ ਵਾਰੀ ਸ਼ੀਸ਼ ਰੱਖ ਕੇ ਮੁੜ ਕੇ ਧਰਤੀ ਤੋਂ ਸਿਰ ਤਾਂ ਚੁੱਕਿਆ ਹੀ ਨਹੀਂ ਇਸਨੇ। कृपा निधान तास गत देखी। ਜੋ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਨੇ ਇਹਨਾਂ ਨੇ ਕਰੋੜੀ ਮਲ ਦੀ ਹਾਲਤ ਜੀ ਦੇਖੀ ਹੈ। करना उपजी हृदय बिसेखी। ਆਪ ਜੀ ਦੇ ਹਿਰਦੇ ਵਿੱਚ ਬਹੁਤ ਹੀ ਕਰੁਣਾ ਪੈਦਾ ਹੋ ਗਈ, ਬਹੁਤ ਹੀ ਤਰਸ ਰਹਿਮ ਪੈਦਾ ਹੋਇਆ। कहे उठो खोलो निज लोचन। ਮਹਾਰਾਜ ਕਹਿੰਦੇ ਕਰੋੜੀ ਮਲ ਕਿਉਂ ਪਿਆ ਹੈ, ਉੱਠ ਆਪਣੇ ਨੇਤਰ ਖੋਲ। मन सोचन सब कर हो विमोचन। ਆਪਣੀਆਂ ਮਨ ਦੀਆਂ ਸੋਚਾਂ ਚਿਤਾਵਾਂ ਸਾਰੀਆਂ ਕੱਟ ਦੇ, ਖਤਮ ਕਰ ਦੇ। कृपा युक्त बानी को सुन कै। ਕਿਰਪਾ ਸਹਿਤ ਸਹਿਤ ਮਹਾਰਾਜ ਦੇ ਬਚਨ ਬਾਣੀ ਸੁਣ ਕੇ उठ बैठो बख्शियो निज गुण कै। ਉੱਠ ਕੇ ਬਹਿ ਗਿਆ, ਵਿਚਾਰ ਲਿਆ ਵੀ ਮਹਾਰਾਜ ਨੇ ਮੈਨੂੰ ਬਖਸ਼ ਦਿੱਤਾ, ਮੈਨੂੰ ਮਾਫ ਕਰ ਦਿੱਤਾ ਹੈ। नीके लग्यो बिलोकन तैसे। ਪਹਿਲਾਂ ਵਾਂਗ ਹੀ ਕਹਿੰਦੇ ਚੰਗੀ ਤਰ੍ਹਾਂ ਇਹ ਅੱਖਾਂ ਨਾਲ ਫਿਰ ਵੇਖਣ ਲੱਗ ਪਿਆ ਹੈ। हुती अगारी दृष्ट सुजैसे। ਜਿਸ ਤਰ੍ਹਾਂ ਅੱਖਾਂ ਦੀ ਪਹਿਲਾਂ ਵਧੀਆ ਨਿਗਾਹ ਸੀ ਉਸੇ ਤਰ੍ਹਾਂ ਦੀ ਫਿਰ ਨਿਗਾਹ ਆਈ ਹੈ। ਅੰਨਪੁਣਾ ਖਤਮ ਹੋ ਗਿਆ ਇਸ ਦਾ। हाथ बंद द्वै होए कर ठांडो। ਦੋਵੇਂ ਹੱਥ ਜੋੜ ਕੇ ਕਰੋੜੀ ਮਲ ਖੱਤਰੀ ਸਤਿਗੁਰਾਂ ਦੇ ਅੱਗੇ ਖੜਿਆ ਹੋ ਗਿਆ ਹੈ। बोलियो हृदय प्रेम बहु बाडो। ਇੰਨਾ ਹਿਰਦੇ ਵਿੱਚ ਪ੍ਰੇਮ ਪਿਆਰ ਵਧਿਆ, ਸਤਿਗੁਰੂ ਅੱਗੇ ਫਿਰ ਆਉਂ ਬੋਲਿਆ ਇਹ ਕਰੋੜੀ ਮਲ ਖੱਤਰੀ कृपा धार ढिग अपने पायन। ਮਹਾਰਾਜ ਕਿਰਪਾ ਕਰਕੇ ਆਪਣੇ ਚਰਨਾਂ ਦੇ ਕੋਲ प्रभ जी लीजै मोर उपायन। ਮਹਾਰਾਜ ਮੇਰੇ ਵੱਲੋਂ ਕੋਈ ਨਾ ਕੋਈ ਮਹਾਰਾਜ ਜ਼ਰੂਰ ਭੇਟਾ ਲੈ ਲਓ, ਇਹ ਭੇਟਾ ਜ਼ਰੂਰ ਕਰੋ ਲਓ ਜੀ। जह बैठे एह सुंदर अवनी। ਉਹ ਭੇਟਾ ਕੀ ਹੈ ਮਹਾਰਾਜ, ਜਿੱਥੇ ਆਪ ਜੀ ਇਹ ਚੌਂਕੜਾ ਮਾਰ ਕੇ ਬੈਠੇ ਹੋ, ਜਿਹੜੀ ਇਹ ਸੋਹਣੀ ਧਰਤੀ ਹੈ। धर्मशाल बन वावा हरवनी। ਇੱਥੇ ਮਹਾਰਾਜ ਕਹਿ ਕੇ ਸੋਹਣੀ ਜਿਹੜੀ ਧਰਮ ਦੀ ਸਾ ਜਗ੍ਹਾ ਹੈ ਮੈਂ ਬਣਵਾ ਦੇਵਾਂ, ਇਹ ਮੇਰੀ ਭੇਟਾ ਹੋਊਗੀ। अपनो ग्राम बसाए निरारा। ਨਹੀਂ ਗੁਰੂ ਨਾਨਕ ਸਾਹਿਬ ਮਹਾਰਾਜ ਧਰਤੀ ਖੁੱਲੀ ਪਈ ਹੈ, ਇਹਦੇ ਆਪਣਾ ਮੁਖੜਾ ਹੀ ਕਹਿੰਦੇ ਨਗਰ ਬਸਾ ਲਓ, ਸ਼ਹਿਰ ਬਸਾ ਲਓ। सिख संतन को देहो आहारा। ਆਏ ਗਏ ਸਾਧੂ ਸੰਤਾਂ ਨੂੰ ਮਹਾਰਾਜ ਇੱਥੋਂ ਖੁੱਲਾ
ਮੁੱਢਲਾ ਭੋਜਨ ਦਿਓ, ਲੰਗਰ ਚੱਲਣੇ ਥੇ। ਆਪਨ ਨਾਮ ਪਰ ਨਾਮ ਤਰੀਜੈ। ਗੁਰੂ ਨਾਨਕ ਸਾਹਿਬ ਜਿਹੜਾ ਨਗਰ ਸ਼ਹਿਰ ਵਸਾਇਆ ਹੋ, ਇਹਦਾ ਨਾਮ ਆਪਣੇ ਨਾਮ ਉੱਪਰ ਤੁਸੀਂ ਰੱਖ ਲੈਣਾ ਵੀ ਇਹ ਗੁਰੂ ਨਾਨਕ ਨਗਰ ਹੈ। ਭੇਟ ਲੇਹੁ ਕਿਰਤਾਰਥ ਕੀਜੈ। ਹਮਾਰਾ ਧਰਤੀ ਦੀ ਭੇਟਾ ਲੈ ਕੇ ਮੈਨੂੰ ਸਫਲ ਨਿਹਾਲ ਕਰ ਦਿਓ ਜੀ। ਗੁਰੂ ਕਹਿਤ ਜੇ ਅਸ ਮਨ ਮਾਹੀ। ਗੁਰੂ ਮਹਾਰਾਜ ਕਹਿੰਦੇ ਵੀ ਇਹ ਕਰੋੜੀ ਮੱਲ, ਜੇ ਤੇਰੀ ਮਨ ਦੇ ਵਿੱਚ ਇਸ ਤਰ੍ਹਾਂ ਦੀ ਖਾਹਿਸ਼ ਹੈਗੀ ਹੈ, ਕਰਹੁ ਸੇਵ ਹਮ ਵਰਜਤ ਨਾਹੀ। ਇਹ ਗੁਰੂ ਕੀ ਸਿੱਖ ਸੰਗਤਾਂ ਦੀ ਸੇਵਾ ਕਰਨਾ ਤੂੰ ਚਾਹੁੰਦਾ ਹੈ, ਕਹਿੰਦੇ ਅਸੀਂ ਬਿਲਕੁਲ ਨਹੀਂ ਰੋਕਦੇ ਤੈਨੂੰ। ਸਤ ਸੰਗਤ ਕੋ ਹੋਇ ਬਿਸਰਾਮਾ। ਇਹਦਾ ਵੀ ਚੰਗਾ ਤੇਰਾ ਫੁਰਨ ਹੈ, ਸਤ ਸੰਗਤ ਵਾਸਤੇ ਸੋਹਣਾ ਸਥਾਨ ਬਣ ਜਾਏਗਾ। ਮਿਲ ਕਰ ਸਿਮਰਹਿਗੇ ਹਰ ਨਾਮ। ਇੱਥੇ ਮਿਲ ਕੇ ਇਕੱਠਿਆਂ ਹੋ ਕੇ ਵਾਹਿਗੁਰੂ ਵਾਹਿਗੁਰੂ ਨਾਮ ਸਿਮਰਨਗੇ। ਤਬ ਖੱਤਰੀ ਨਿਜ ਮਨਜ ਪਠਾਏ। ਮਹਾਰਾਜ ਦੀ ਆਗਿਆ ਹੋਈ ਸੁਣ ਕੇ ਤਦੋਂ ਇਹ ਕਰੋੜੀ ਮੱਲ ਖੱਤਰੀ ਨੇ ਲਾਹੌਰ ਵੱਲ ਨੂੰ ਲੋਕ ਭੇਜੇ ਆਪਣੇ। ਘਰ ਕੇ ਰਚਨ ਹਾਰ ਬੁਲਵਾਏ। ਜਿਹੜੇ ਘਰ ਮਕਾਨ ਬਣਾਉਣ ਵਾਲੇ ਉਹਨਾਂ ਨੂੰ ਸੱਦਿਆ ਬੁਲਾਇਆ। ਤੇ ਠਾ ਤੂਰਨ ਕੀਨ ਤਿਆਰੀ। ਉੱਥੇ ਬਸ ਧਰਮ ਦੀ ਜਗ੍ਹਾ ਤੇ ਹੋਰ ਨਗਰ ਬਣਾਉਣ ਵਾਸਤੇ ਬੜੀ ਛੇਤੀ ਤਿਆਰੀ ਕਰ ਲਈ ਹੈ। ਨਗਰ ਬਨਾਇਓ ਸੁੰਦਰ ਢਾਰੀ। ਬਹੁਤ ਸੋਹਣੇ ਢੰਗ ਦੇ ਨਾਲ ਬੜਾ ਤਕੜਾ ਸੋਹਣਾ ਨਗਰ ਬਣਾਇਆ, ਸੋਹਣਾ ਸ਼ਹਿਰ ਰਚਿਆ ਹੈ। ਧਰਮਸਾਲ ਮਦ ਰਚ ਅਬਰਾਮੂ। ਉਸ ਨਗਰ ਦੇ ਵਿੱਚ ਸੋਹਣੀ ਧਰਮਸ਼ਾਲਾ ਰਚੀ ਬਣਾਈ ਹੈ। ਧਰ ਕਰਤਾਰ ਪੁਰਾ ਗੁਰ ਨਾਮੂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਨਗਰ ਦਾ ਨਾਮ ਸ੍ਰੀ ਕਰਤਾਰਪੁਰ ਸਾਹਿਬ ਕਰਕੇ ਰੱਖ ਦਿੱਤਾ ਹੈ। ਕਰ ਬਿਨਤੀ ਸਤਿਗੁਰੂ ਅਗਾਰੀ। ਮਹਾਰਾਜ ਦੇ ਅੱਗੇ ਸਭ ਤਰ੍ਹਾਂ ਕਰਕੇ ਬੇਨਤੀਆਂ ਕੀਤੀਆਂ। ਲੈ ਕਰ ਗਮਨਿਓ ਤਾਹਿ ਮਝਾਰੀ। ਕੋਈ ਧਰਮਸ਼ਾਲਾ ਬਣਾਈ ਹੈ, ਬੇਨਤੀ ਕਰਕੇ ਮਹਾਰਾਜ ਨੂੰ ਉਸ ਵਿੱਚ ਲੈ ਕੇ ਚਲਿਆ ਹੈ ਕਰੋੜੀ ਮੱਲ ਖੱਤਰੀ। ਬਹੁਤ ਸੁੰਦਰ ਭਰਿਅੰਕ ਡਸਾਇਓ। ਉਹ ਧਰਮਸ਼ਾਲਾ ਵਿੱਚ ਮਹਾਰਾਜ ਜਾਣ ਤੋਂ ਪਹਿਲਾਂ ਬਹੁਤਾ ਸੋਹਣਾ ਵਧੀਆ ਪਣ ਗਡਾਇਆ ਹੈ। ਉਪਰ ਰੁਚਰ ਵਿਛੌਨਾ ਛਾਇਓ। ਉਹਦੇ ਉੱਪਰ ਸੋਹਣਾ ਜਿਹੜਾ ਵਿਛਾਉਣਾ ਗਸ਼ੀਲਾ ਉਹਨੂੰ ਪਾਇਆ, ਢਕਿਆ ਹੈ ਪਣਗ ਨੂੰ। ਤਾਹੇ ਬਿਠਾਏ ਭਾਉ ਕਰ ਭਾਰੀ। ਉਸ ਉੱਪਰ ਬਹੁਤਾ ਪ੍ਰੇਮ ਪਿਆਰ ਕਰਾਉਂਦਿਆਂ ਸਤਿਗੁਰੂ ਨੂੰ ਇਸ ਨੇ ਬਿਠਾਇਆ ਹੈ। ਧੂਪ ਦੀਪ ਆਰਤੀ ਉਤਾਰੀ। ਹਾਲ ਦੇ ਵਿੱਚ ਦੀਵੇ ਜਗਾ ਕੇ ਧੂਪ ਜਗਾ ਕੇ ਫਿਰ ਇਸ ਤਰ੍ਹਾਂ ਆਰਤੀ ਕੀਤੀ ਹੈ। ਜੈ ਜੈ ਗੁਰ ਭਗਤਨ ਸੁਖਕਾਰੀ। ਇਹ ਆਪਣੇ ਭਗਤਾਂ ਨੂੰ ਸੁਖ ਦੇਣ ਵਾਲੇ ਗੁਰੂ ਨਾਨਕ ਸਾਹਿਬ ਤੁਹਾਡੀ ਜੈ ਹੋਵੇ, ਤੁਹਾਡੀ ਜੈ ਹੋਵੇ। ਅਸਰ ਸੰਘਾਰਨ ਵੇਦ ਉਚਾਰੀ। ਆ ਬੇਦਾਂ ਵਿੱਚ ਤਾਂ ਆਪ ਜੀ ਨੇ ਮਾਰਾ ਕਿਹਾ, ਦੈਂਤਾਂ ਨੂੰ ਮਾਰਨ ਵਾਲੇ ਤੁਸੀਂ ਹੀ ਹੋ। ਮੈਂ ਖਲ ਬਹੁਤ ਖਤਾ ਤੁਮ ਕੀਨੀ। ਮੈਂ ਮੂਰਖ ਖੱਤਰੀ ਨੇ ਬਹੁਤ ਵੱਡੀ ਗਲਤੀ ਭੁੱਲ ਕੀਤੀ ਹੈ। ਤਰਾਹੇ ਤਰਾਹੇ ਬਖਸ਼ਹੁ ਵਰ ਦੀਨੀ। ਮਾਰਾ ਤਰਾਹੇ ਤਰਾਹੇ ਰੱਖਿਆ ਕਰੋ ਮੈਨੂੰ ਮਾਰਾ ਇਸੇ ਮੈਨੂੰ ਵਰ ਦਿਓ, ਬਖਸ਼ੋ, ਮਾਫ ਦੇ ਕਰ ਦਿਓ। ਸੁਨ ਬੇਨਤੀ ਭਿਖ ਸ਼ਰਦਾ ਦਿਆਲਾ। ਗੁਰੂ ਮਹਾਰਾਜ ਦੀ ਬੇਨਤੀ ਸੁਣ ਕੇ ਤੇ ਦਿਆਲੂ ਸਤਿਗੁਰਾਂ ਨੇ ਇਹਦੀ ਸ਼ਰਧਾ ਭਾਵਨਾ ਵੇਖ ਕੇ ਹੁਤੇ ਪ੍ਰਸੰਨ ਤਬ ਪ੍ਰਭੂ ਕਿਰਪਾਲਾ। ਦਿਆਲੂ ਕਿਰਪਾਲੂ ਸਤਿਗੁਰੂ ਉਸ ਵੇਲੇ ਕਹਿੰਦੇ ਬਹੁਤ ਪ੍ਰਸੰਨ ਹੋਏ, ਖੁਸ਼ ਹੋਏ ਬੈਠੇ ਸਨ। ਕਿਰਪਾ ਦ੍ਰਿਸ਼ਟ ਕਰਨਾ ਕਰ ਹੇਰੀ। ਕਿਰਪਾ ਦੀ ਨਿਗਾਹ ਕਰਕੇ ਕਹਿੰਦੇ ਕਿਰਪਾ ਦੀ ਨਿਗਾਹ ਕਰਕੇ ਕਿਰਪਾ ਕਰਕੇ ਵੇਖਿਆ ਹੈ। ਯਾਨੀ ਕਿਰਪਾ ਦੀ ਦ੍ਰਿਸ਼ਟੀ ਦੇ ਨਾਲ ਕਿਰਪਾ ਕਰਕੇ ਵੇਖਿਆ ਹੈ। ਖੁੱਲੇ ਕਪਾਟ ਤਬ ਹੈ ਬਿਨ ਦੇਰੀ। ਕਿਰਪਾ ਕਰਕੇ ਵੇਖਿਆ ਕਿਰਪਾ ਦ੍ਰਿਸ਼ਟੀ ਨਾਲ ਉਸੇ ਵੇਲੇ ਦੇ 5 ਕੋਸ਼ਾਂ ਦੇ ਜਿਹੜੇ ਤਖਤੇ ਖੁੱਲ ਗਏ ਹਨ। ਸੰਮਤ ਖਟ 50 ਕੇ ਮਾਹੀ। ਜਦੋਂ ਮਹਾਰਾਜ ਨੇ ਇਸੇ ਕਹਿੰਦੇ ਨਗਰ ਵਸਿਆ ਹੈ ਉਦੋਂ ਕਿਤੇ 56 ਸਾਲ ਦੀ ਉਮਰ ਮਹਾਰਾਜ ਦੀ ਹੈ ਸੀ। ਮੇਖ ਮਾਸ ਸੰਕਰਾਂਤ ਸੁਆਹੀ। ਇਸ ਦਿਨ ਪਹਿਲਾਂ ਉਦਘਾਟਨ ਕੀਤਾ ਧਰਮਸ਼ਾਲਾ ਵਿੱਚ ਜਾ ਕੇ ਮਹਾਰਾਜ। ਉਸ ਵੇਲੇ ਵਿਸਾਖ ਦੀ ਸੰਗਰਾਂਦ ਦਾ ਦਿਨ ਹੈ ਸੀ। ਬਹੁ ਪੰਚਾਮ੍ਰਿਤ ਕਰ ਵਰਤਾਇਓ। ਉਸ ਦਿਨ ਬਹੁਤ ਆਕੜਾ ਪ੍ਰਸ਼ਾਦ ਤਿਆਰ ਕਰਕੇ ਇਸ ਤਰ੍ਹਾਂ ਵਰਤਾਇਆ ਗਿਆ।
ਪੁਰ ਕਰਤਾਰ ਬਸੇ ਸੁਖ ਪਾਇਓ। ਜੋ ਕਰਤਾਰਪੁਰ ਸਾਹਿਬ ਸ਼ਹਿਰ ਨਗਰ ਬਸ ਪਿਆ, ਸਭ ਨੇ ਸੁਖ ਪਾਇਆ ਸੰਗਤਾਂ। ਲੈ ਕਰੋੜੀ ਆਇਸ ਗੁਰ ਪਾਸ। ਉਦੋਂ ਬਾਅਦ ਗੁਰੂ ਮਹਾਰਾਜ ਦੇ ਪਾਸੋਂ ਇਹ ਕਰੋੜੀ ਮਲ ਆਗਿਆ ਲੈ ਕੇ ਨਨਕਾਣੇ ਗੁਰ ਪਿਤ ਪਾਸ। ਨਨਕਾਣੇ ਸਾਹਿਬ ਚਲਿਆ ਗਿਆ, ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਿਤਾ ਕਾਲੂ ਜੀ ਰਹਿੰਦੇ ਸਨ। ਸਤਿਗੁਰ ਕਾ ਬਿਰਤਾਂਤ ਸੁਨਾਇਓ। ਕਾਲੂ ਜੀ ਨੂੰ ਤ੍ਰਿਪਤਾ ਜੀ ਨੂੰ ਗੁਰੂ ਨਾਨਕ ਸਾਹਿਬ ਸਤਿਗੁਰੂ ਦਾ ਪ੍ਰਸੰਗ ਨੇ ਸੁਣਾਇਆ ਹੈ। ਰਾਵੀ ਤਟ ਗੁਰਪੁਰਾ ਬਨਾਇਓ। ਇਹ ਲਾਹੌਰ ਤੋਂ ਬਾਹਰ ਰਾਵੀ ਨਦੀ ਕਿਨਾਰੇ ਉੱਪਰ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਨਗਰ ਸ਼ਹਿਰ ਬਣਾਇਆ ਵਸਾਇਆ ਹੈ। ਯਾਦ ਕੀਓ ਚੱਲ ਦਰਸ਼ਨ ਦੇਵ। ਤੁਹਾਨੂੰ ਵੀ ਯਾਦ ਕੀਤਾ, ਤੁਸੀਂ ਚੱਲ ਕੇ ਸਾਰੀਆਂ ਸੰਗਤਾਂ ਨੂੰ ਉੱਥੇ ਦਰਸ਼ਨ ਦਿਓ। ਸਭ ਪਰਿਵਾਰ ਸੰਗ ਨਿਜ ਲੇਵ। ਇਹ ਕਾਲੂ ਜੀ ਤ੍ਰਿਪਤਾ ਜੀ ਆਪਣਾ ਸਾਰਾ ਪਰਿਵਾਰ ਵੀ ਆਪਣੇ ਨਾਲ ਹੀ ਲੈ ਲਓ। ਸੁਨ ਕਰ ਕਾਲੂ ਤ੍ਰਿਪਤਾ ਮਾਈ। ਇਹ ਕਰੋੜੀ ਮਲ ਤੋਂ ਸੁਣ ਕੇ ਕਾਲੂ ਜੀ ਤ੍ਰਿਪਤਾ ਮਾਤਾ ਜੀ ਮ੍ਰਿਤਕ ਪੁਰਖ ਜੀਵਨ ਜਨ ਪਾਈ। ਜੇ ਕੋਈ ਪੁਰਖ ਮਰਿਆ ਪਿਆ ਹੋਵੇ, ਉਹਦੇ ਮੂੰਹ ਚ ਕੋਈ ਆ ਕੇ ਅੰਮ੍ਰਿਤ ਪਾਵੇ ਜਾਂ ਜੀਵਨ ਬੂਟੀ ਪਾ ਦੇਵੇ, ਸੰਜੀਵਨੀ ਬੂਟੀ ਪਾ ਦੇਵੇ, ਇਸ ਤਰ੍ਹਾਂ ਹੀ ਉਹ ਮਰਿਆ ਉੱਠ ਕਰਦਾ। ਜਾਨੀ ਜਿਹੜਾ ਬਚਨ ਸੁਣਾਇਆ ਵੀ ਮਹਾਰਾਜ ਯਾਦ ਕਰ ਰਹੇ ਉਸੇ ਇਹ ਮਰੇ ਪਏ ਸੀ ਜਿਉਂਦੇ ਹੋ ਗਏ ਹਨ ਦੋਵੇਂ। ਸ੍ਰੀ ਨਾਨਕੀ ਔ ਜੈ ਰਾਮ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਜਿਹੜੀ ਭੈਣ ਹੈ ਵੱਡੀ ਨਾਨਕੀ, ਉਹਦੇ ਪਤੀ ਜੈ ਰਾਮ ਜੀ ਭੇ ਪਰਲੋਕ ਗੇ ਸੋ ਗੇ ਗੁਣ ਧਾਮ। ਉਹ ਗੁਣਾਂ ਦੇ ਘਰ ਕਹਿੰਦੇ ਉਹ ਪਰਲੋਕ ਗਮਨ ਕਰ ਗਏ ਸੀ ਦੋਵੇਂ ਜੀ। ਸ੍ਰੀ ਚੰਦ ਭੀ ਇਤ ਆਇਓ। ਜਿਸ ਕਰਕੇ ਸ੍ਰੀ ਚੰਦ ਵੀ ਸੁਲਤਾਨਪੁਰ ਤੋਂ ਇਹ ਨਨਕਾਣੇ ਸਾਹਿਬ ਇੱਥੇ ਪਿਤਾ ਕਾਲੂ ਜੀ ਕੋਲ ਆਇਆ ਹੋਇਆ ਸੀ। ਨਿਜ ਪਰਿਵਾਰ ਬਸਤ ਸੁਖ ਪਾਇਓ। ਆਪਣੇ ਪਰਿਵਾਰ ਆਪਣੀ ਮਾਤਾ ਸੁਲੱਖਣੀ ਸਹਿਤ ਲక్ష్ਮੀ ਸਹਿਤ ਸੁਖ ਪਾ ਰਿਹਾ ਸੀ ਬਸਦਾ। ਤਾਤ ਕਾਲ ਤਬ ਕੀਨ ਤਿਆਰੀ। ਉਸ ਵੇਲੇ ਮਾਤਾ ਤ੍ਰਿਪਤਾ ਕਾਲੂ ਜੀ ਸ੍ਰੀ ਚੰਦ ਲక్ష్ਮੀ ਚੰਦ ਸੁਲੱਖਣੀ ਸਭ ਨੇ ਤਿਆਰੀਆਂ ਕਰ ਲੀਆਂ। ਸਿਆੰਦਨ ਸੁਖ ਪਾਲਨ ਅਸਵਾਰੀ। ਕੋਈ ਪਾਲਕੀ ਤੇ ਕੋਈ ਰਸਤੇ ਕੋਈ ਹੋਰ ਸਵਾਰੀ ਤੇ ਚੜ ਗਿਆ। ਮਾਤ ਸੁਲੱਖਣੀ ਚਰੀ ਸੁਡੋਰੇ। ਮਾਤਾ ਸੁਲੱਖਣੀ ਜੀ ਕਹਿੰਦੇ ਡੋਲੇ ਵਿੱਚ ਚੜ ਬੈਠੀ ਹੈ। ਸ੍ਰੀ ਚੰਦ ਲక్ష్ਮੀ ਚੰਦ ਘੋਰੇ। ਸ੍ਰੀ ਚੰਦ ਤੇ ਲక్ష్ਮੀ ਚੰਦ ਦੋਵੇਂ ਭਰਾ ਕਹਿੰਦੇ ਘੋੜੇ ਤੇ ਸਵਾਰ ਹੋ ਗਏ। ਸਭ ਪਰਿਵਾਰ ਸੁਚਲਿਓ ਉਮੰਗਾ। ਬਲਕਿ ਸਾਰਾ ਪਰਿਵਾਰ ਬੜਾ ਚਾਅ ਨਾਲ ਚੱਲਿਆ, ਚਾਅ ਨਾਲ ਚੱਲਿਆ। ਸੇਵਾ ਕਰਤ ਕਰੋੜੀ ਸੰਗਾ। ਨਾਲ ਕਰੋੜੀ ਮਲ ਰਹਿ ਕੇ ਸੇਵਾ ਕਰਦਾ ਜਾ ਰਿਹਾ ਹੈ। ਮਗ ਉਲੰਘ ਕਰ ਪਹੁੰਚੇ ਤਹਾਂ। ਸਾਰਾ ਰਸਤਾ ਲੰਘਦੇ ਉੱਥੇ ਜਾ ਪਹੁੰਚੇ ਹਨ। ਸ੍ਰੀ ਕਰਤਾਰਪੁਰਾ ਥੋ ਜਹਾਂ। ਜਿੱਥੇ ਸ੍ਰੀ ਕਰਤਾਰਪੁਰ ਸਾਹਿਬ ਦਾ ਨਾਮ ਸੋਹਣਾ ਨਗਰ ਵਸਿਆ ਹੋਇਆ। ਸਤਿਗੁਰ ਮਾਤ ਪਿਤਾ ਕੋ ਹੇਰ। ਇਧਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਣੇ ਮਾਤਾ ਪਿਤਾ ਨੂੰ ਆਇਆ ਵੇਖ ਕੇ ਚਰਨਨ ਪਰ ਗੇ ਤਿਸ ਬੇਰ। ਸੰਸਾਰ ਰੀਤੀ ਉਹ ਪੂਰੀ ਕਰਨ ਵਾਸਤੇ ਝਟਪਟ ਆਪਣੇ ਮਾਂ ਪਿਓ ਦੇ ਚਰਨਾਂ ਤੇ ਟਹਿ ਪਏ ਹਨ। ਮਾਤ ਪਿਤਾ ਸੁਤ ਲੇਕਰ ਅੰਕਾ। ਮਾਤਾ ਪਿਤਾ ਨੇ ਪੁੱਤਰ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੀ ਗੋਦ ਵਿੱਚ ਲੈ ਕੇ ਜੱਫੀ ਵਿੱਚ ਲੈ ਕੇ ਚੂਮਿਓ ਮਸਤਕ ਜੋ ਅਕਲੰਕਾ। ਜੋ ਇੱਕ ਕਲੰਕ ਤੋਂ ਰਹਿਤ ਮਹਾਰਾਜ ਦਾ ਮਸਤਕ ਸੀਸ ਉਹਨੂੰ ਚੁੰਮਿਆ ਹੈ। ਚੋਣੀ ਚਰਨਨ ਪਰ ਸਿਰ ਨਾਏ। ਚੋਣੇ ਗੋਦ ਦੀ ਸੁਲੱਖਣੀ ਜੀ ਗੁਰੂ ਨਾਨਕ ਦੀ ਪਤਨੀ ਚਰਨਾਂ ਤੇ ਸਿਰ ਨਾਇਨ ਆਇਆ ਹੈ। ਜੁਗ ਸੁਤ ਚਰਨਨ ਪਰ ਲਪਟਾਏ। ਦੋਵੇਂ ਪੁੱਤਰ ਸ੍ਰੀ ਚੰਦ ਤੇ ਲక్ష్ਮੀ ਚੰਦ ਉਹਨਾਂ ਨੂੰ ਵੀ ਚਰਨਾਂ ਦੇ ਉੱਪਰ ਲਾਇਆ ਹੈ, ਮੱਥਾ ਟਿਕਾਇਆ ਮਾਂ ਨੇ। ਤਾਹੇ ਸਮੇਂ ਕਾ ਜੋ ਉਤਸ਼ਾਹ ਹੈ। ਕਵੀ ਜੀ ਕਹਿੰਦੇ ਜਦੋਂ ਸਾਰਾ ਪਰਿਵਾਰ ਕਰਤਾਰਪੁਰ ਸਾਹਿਬ ਚਲਿਆ ਗਿਆ ਉਸ ਸਮੇਂ ਜਿਹੜਾ ਜਿਹੜਾ ਚਾਅ ਉਤਸ਼ਾਹ ਹੈ। ਕੋ ਕਵਿਤਾ ਸਕ ਹੈ ਬਨਾ ਹੈ। ਐਸਾ ਕੌਣ ਕੋਈ ਕਵੀ ਹੈ ਜਿਹੜਾ ਇਸ ਸਮੇਂ ਦੀ ਸਾਰੀ ਕਵਿਤਾ
ਨੂੰ ਬਣਾ ਕੇ ਬਰਦ ਕਥਨ ਕਰ ਸਕੇ, ਦੱਸ ਸਕੇ। ਮਰਦਾਨੇ ਸੁਤ ਜੋ ਸ਼ਾਹਜਾਦਾ, ਇਧਰ ਮਰਦਾਨੇ ਦਾ ਪੁੱਤਰ ਜਿਹਦਾ ਨਾਮ ਸਹਿਜਾਦਾ ਸੀ, ਆਏ ਦਰਸਿਓ ਗੁਰ ਅਹਿਲਾਦਾ। ਇਹ ਵੀ ਨਾਲ ਹੀ ਆਇਆ ਸੀ, ਉਸਨੇ ਵੀ ਮਹਾਰਾਜ ਦੇ ਦਰਸ਼ਨ ਕੀਤੇ, ਬੜਾ ਆਨੰਦ ਖੁਸ਼ ਹੋ ਕੇ। ਪਿਤਾ ਚਲਾਣੇ ਕੀ ਸੁਨ ਬਾਤਾ, ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਵੀ ਹੈ ਮਰਦਾਨੇ ਦੇ ਪੁੱਤਰ ਸਹਿਜਾਦੇ, ਤੇਰਾ ਪਿਤਾ ਮਰਦਾਨਾ ਤਾਂ ਖੁਰਮੇ ਸ਼ਹਿਰ ਤੋਂ ਬਾਹਰ ਚਾਲੇ ਮਾਰ ਗਿਆ, ਉਸ ਦਾ ਅਸੀਂ ਸੰਸਕਾਰ ਕਰਿਆ ਏ। ਹਾਂ, ਮਨ ਮੁਰਝਾਇਓ ਮੋਹ ਜਤਾਤਾ, ਮੋਹ ਸੀ ਤਾਤਾ ਪਿਓ ਦਾ ਪੁੱਤਰ ਨਾਲ, ਜਿਸ ਕਰਕੇ ਮਨ ਬਹੁਤ ਮੁਰਝਾ ਗਿਆ ਇਸ ਸਹਿਜਾਦੇ ਦਾ। ਸ੍ਰੀ ਸਤਿਗੁਰ ਕਰ ਕਿਰਪਾ ਹੇਰਾ, ਉਸ ਸਵੇਰੇ ਗੁਰੂ ਮਹਾਰਾਜ ਨੇ ਮਿਹਰ ਭਰੀ ਨਿਗਾਹ ਕਰਕੇ ਮਰਦਾਨੇ ਦੇ ਪੁੱਤਰ ਵੱਲੀ ਵੇਖਿਆ ਹੈ। ਮਰਦਾਨੇ ਗਾਦੀ ਤੇ ਸਵੇਰਾ, ਉਹ ਭਾਈ ਮਰਦਾਨੇ ਵਾਲਾ ਜਿਹੜਾ ਕੋਈ ਗੱਦੀ ਹੈ, ਜਿਹੜਾ ਅਧਿਕਾਰੀ ਹੈ, ਉਹ ਅੱਗੇ ਤੋਂ ਅੱਗੇ ਥਾਪਦੇ ਹੁੰਦੇ ਨਾ, ਉਹ ਕਹਿੰਦੇ ਸਾਰਾ ਕੁਛ। ਬਠ ਲਾਇਓ ਸਹਜਾਦਾ ਖਾਸ, ਖਾਸ ਕਰਕੇ ਮਰਦਾਨੇ ਦੇ ਪੁੱਤਰ ਨੂੰ ਉਹਦੀ ਗੱਦੀ ਉੱਪਰ ਜਾਣੀ ਉਹਦੇ ਥਾਂ ਬਿਠਾ ਦਿੱਤਾ ਵੀ ਹੁਣ ਮਰਦਾਨੇ ਦੇ ਥਾਂ ਗੁਰੂ ਘਰ ਦਾ ਸਿੱਖ ਸੇਵਕਾ ਜੀ ਤੂੰ ਹੈ। ਕਰਤ ਕੀਰਤਨ ਸਤਿਗੁਰ ਪਾਸ, ਮਰਦਾਨੇ ਦਾ ਪੁੱਤਰ ਸਹਿਜਾਦਾ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਰਹਿ ਕੇ ਕਰਤਾਰਪੁਰ ਸਾਹਿਬ ਦੇ ਵਿੱਚ ਕੀਰਤਨ ਕਰਦਾ ਹੈ। ਇਸ ਤਰ੍ਹਾਂ ਕੀਰਤਨ ਕਰਦਾ ਫਿਰ ਮਹਾਰਾਜ ਦੀ ਆਗਿਆ ਨਾਲ ਇਹ ਖੁਰਮੇ ਸ਼ਹਿਰ ਵਿੱਚ ਆਪਣੇ ਪਰਿਵਾਰ ਨੂੰ ਲੈ ਕੇ ਚਲਿਆ ਗਿਆ ਸੀ। ਹੁਣ ਮਰਦਾਨੇ ਦੀ ਜਿਹੜੀ ਅੰਸ ਹੈ ਉਧਰ ਹੀ ਉੱਥੇ ਚੱਲ ਰਹੀ ਹੈ। ਇਸ ਤਰ੍ਹਾਂ ਇਹ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਜੋ ਇਹ ਕਰਤਾਰਪੁਰ ਸਾਹਿਬ ਨਗਰ ਵਸਾਉਣ ਦਾ ਆਪਾਂ ਸਰਵਣ ਕੀਤਾ ਹੈ। ਅਗਲਾ ਪ੍ਰਸੰਗ ਆਪਾਂ ਕੱਲ ਨੂੰ ਫੇਰ ਸੁਣਾਂਗੇ ਜੀ। ਸ੍ਰੀ ਸਤਿਗੁਰ ਕਰ ਕਿਰਪਾ ਹੇਰਾ, ਮਰਦਾਨੇ ਗਾਦੀ ਤਿਸ ਬੇਰਾ, ਬਠ ਲਾਇਓ ਸ਼ਾਹਜਾਦਾ ਖਾਸ, ਕਰਤ ਕੀਰਤਨ ਸਤਿਗੁਰ ਪਾਸ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ, ਪ੍ਰਥਮ ਮਹੱਲੇ ਕਰਤਾਰਪੁਰ ਬਸਾਵਣ ਪ੍ਰਸੰਗ ਵਰਣਨ। ਨਾਮ 56ਵਾਂ ਮੰਦਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ, ਅਵਨਾਸੀ ਅਗਨਾਸ, हे पूरन हे सर्व में दुख भंजन गुण सास, हे संगी हे निरंकार, हे निर्गुण सवटे, हे गोविंद हे गुण निधान, जाके सदा विवेक, हे अपरंपर हर हरे, है पी हो बनहार, हे संता का सदा सुन, निधाराया धार, हे ठाकुर हों दासरो, मैं निर्गुण गुण नहीं कोय, नानक दीजै नाम दान, राखो हिय परो। आए प्रभु शरणागति, कृपा निज दयाल, एक अखर हर मन वसत, नानक होत निहाल। वाहिगुरु नाम जहाज है, चले सो तरे पार, जो सरदा कर सेवंदे, गुरु पर तारन हार, जो सरदा कर सेवंदे, गुरु पर उतारन हार। तू ठाकुर तुम अरदास,